ਹੈਲੋ ਫਰੈਂਡਸ, ਅੱਜ ਅਸੀਂ ਜਿਹੜਾ ਕੰਸੈਪਟ ਡਿਸਕਸ ਕਰਨ ਜਾ ਰਹੇ ਹਾਂ, ਥਿਊਰੀ ਆਫ ਰਿਲੀਜਨ ਗਿਵਨ ਬਾਈ ਦੁਰਖਾਈਮ। ਇੱਥੇ ਕੁਛ ਬੱਚਿਆਂ ਦੀ ਜਿਹੜੀ ਡਿਮਾਂਡ ਸੀ ਕਿ ਇਹ ਵਾਲਾ ਕੰਸੈਪਟ ਉਹਨਾਂ ਨੂੰ ਕਰਵਾਇਆ ਜਾਏ, ਤਾਂ ਇਸ ਕਰਕੇ ਮੈਂ ਅੱਜ ਇਹ ਵਾਲਾ ਕੰਸੈਪਟ ਕਰਵਾ ਰਹੀ ਹਾਂ ਅਤੇ ਕੋਸ਼ਿਸ਼ ਕਰੂੰਗੀ ਕਿ ਮੈਂ ਤੁਹਾਡੇ ਸਿਲੇਬਸ ਦੇ ਅਕੋਰਡਿੰਗ ਹਰ ਕੰਸੈਪਟ ਦਾ ਲੈਕਚਰ ਤੁਹਾਨੂੰ ਪ੍ਰੋਵਾਈਡ ਕਰਵਾਵਾਂ। ਥਿਊਰੀ ਆਫ ਰਿਲੀਜਨ ਇਹ ਜਿਹੜਾ ਕੰਸੈਪਟ ਹੈ ਦੁਰਖਾਈਮ ਨੇ ਦਿੱਤਾ ਸੀ। ਦੁਰਖਾਈਮ ਜਿਹੜੇ ਹੈਗੇ ਨੇ ਉਹ ਇੱਕ ਸੋਸ਼ਲ ਸਾਇੰਟਿਸਟ ਹੋਏ ਨੇ, ਜਿਨ੍ਹਾਂ ਦਾ ਬਰਥ 1958 ਦੇ ਵਿੱਚ ਹੋਇਆ ਅਤੇ ਉਹਨਾਂ ਦੀ ਡੈਥ 1970 ਦੇ ਵਿੱਚ ਹੋਈ। ਇਸ ਟਾਈਮ ਦੇ ਵਿੱਚ ਉਹਨਾਂ ਨੇ ਬਹੁਤ ਸਾਰੇ ਕੰਸੈਪਟ ਜਿਹੜੇ ਹੈਗੇ ਆ ਸਾਨੂੰ ਦਿੱਤੇ, ਜਿਸ ਦੇ ਵਿੱਚੋਂ ਸੋਸ਼ਲ ਫੈਕਟ, ਸੁਸਾਈਡ ਅਤੇ ਥਿਊਰੀ ਆਫ ਰਿਲੀਜਨ। ਅਤੇ ਇੱਥੇ ਅਸੀਂ ਜਿਹੜਾ ਅੱਜ ਡਿਸਕਸ ਕਰਾਂਗੇ ਕੰਸੈਪਟ ਥਿਊਰੀ ਆਫ ਰਿਲੀਜਨ ਗਿਵਨ ਬਾਈ ਦੁਰਖਾਈਮ। ਜਿਹੜਾ ਇਹ ਕੰਸੈਪਟ ਰਿਲੀਜਨ ਦਾ, ਧਰਮ ਦਾ ਥਿਊਰੀ ਜਿਹੜੀ ਦੁਰਖਾਈਮ ਨੇ ਦਿੱਤੀ ਹੈ, ਇਹ ਉਸਨੇ ਆਪਣੀ ਕਿਤਾਬ ਦ ਐਲੀਮੈਂਟਰੀ ਫਾਰਮ ਆਫ ਰਿਲੀਜੀਅਸ ਲਾਈਫ, ਜਿਹੜੀ ਉਸਦੀ ਬੁੱਕ ਦਾ ਨਾਂ ਹੈ, ਇਸ ਦੇ ਵਿੱਚ ਉਸਨੇ ਇਸ ਥਿਊਰੀ ਬਾਰੇ ਦੱਸਿਆ ਹੈਗਾ। ਠੀਕ ਹੈ ਜੀ। ਅਤੇ ਦੁਰਖਾਈਮ ਇੱਥੇ ਕਹਿੰਦਾ ਹੈ ਕਿ ਜਿਹੜੀ ਰਿਲੀਜਨ ਹੈ, ਜਿਹੜਾ ਧਰਮ ਹੈ, ਉਹ ਕੋਈ ਜਿਹੜਾ ਇੱਕ ਸਪਿਰਿਚੁਅਲ ਚੀਜ਼ਾਂ ਤੋਂ ਨਹੀਂ ਬਣਿਆ, ਕੋਈ ਨੇਚਰ ਤੋਂ ਨਹੀਂ ਬਣਿਆ। ਦੁਰਖਾਈਮ ਕਹਿੰਦਾ ਕਿ ਇਹ ਧਰਮ ਜਿਹੜਾ ਹੈਗਾ ਉਦੋਂ ਹੋਂਦ ਵਿੱਚ ਆਉਂਦਾ ਜਦੋਂ ਲੋਕਾਂ ਵਿੱਚ ਸਮੂਹਿਕ ਚੇਤਨਾ ਆਉਂਦੀ ਹੈ, ਜਿਸ ਨੂੰ ਕਿ ਕਲੈਕਟਿਵ ਕੌਨਸ਼ੀਅਸਨੈਸ ਕਿਹਾ ਹੈ। ਦੁਰਖਾਈਮ ਨੇ ਕੰਸੈਪਟ ਦਿੱਤਾ ਸੀਗਾ ਕਲੈਕਟਿਵ ਕੌਨਸ਼ੀਅਸਨੈਸ। ਹੁਣ ਇੱਥੇ ਕਲੈਕਟਿਵ ਕੌਨਸ਼ੀਅਸਨੈਸ ਦਾ ਮਤਲਬ ਕੀ ਹੈ? ਦੁਰਖਾਈਮ ਕਹਿੰਦਾ ਕਿ ਅਚਾਨਕ ਜਦੋਂ ਸਾਰੇ ਲੋਕ ਕੋਈ ਵੀ ਐਕਸ਼ਨ ਜਿਹੜਾ ਹੈਗਾ ਬਿਨਾਂ ਸੋਚੇ ਸਮਝੇ ਇਕੱਠੇ ਹੀ ਕਰਦੇ ਨੇ, ਇਕੱਠੇ ਹੀ ਇੱਕ ਲੋਕਾਂ ਦਾ ਜਿਹੜਾ ਇੱਕ ਗਰੁੱਪ ਹੈ, ਕੁਛ ਲੋਕ ਜਿਹੜੇ ਇਕੱਠੇ ਹੋਏ ਨੇ ਕਿਸੇ ਥਾਂ 'ਤੇ। ਠੀਕ ਹੈ, ਇਹ ਲੋਕ ਹੈਗੇ ਨੇ, ਜਿਵੇਂ ਸਪੋਜ਼ ਕਰੋ ਸਟੇਡੀਅਮ ਦੇ ਵਿੱਚ ਇਕੱਠੇ ਹੋਏ ਨੇ, ਤਾਂ ਸਟੇਡੀਅਮ ਦੇ ਵਿੱਚ ਜਦੋਂ ਵੀ ਕੋਈ ਕਿਸੇ ਪਲੇਅਰ ਨੇ ਕੋਈ ਗੋਲ ਕੀਤਾ ਜਾਂ ਕੁਛ ਕੀਤਾ, ਜਦੋਂ ਇਕੱਠੇ ਜਿਹੜੇ ਲੋਕ ਆਪਣੀ ਫੀਲਿੰਗਸ ਨੂੰ ਡਿਸਕ੍ਰਾਈਬ ਕਰਦੇ ਨੇ, ਤਾਂ ਉਸ ਨੂੰ ਦੁਰਖਾਈਮ ਨੇ ਕਲੈਕਟਿਵ ਕੌਨਸ਼ੀਅਸਨੈਸ ਦਾ ਨਾਂ ਦਿੱਤਾ। ਠੀਕ ਹੈ, ਕਲੈਕਟਿਵ ਕੌਨਸ਼ੀਅਸਨੈਸ ਮਤਲਬ ਸਮੂਹਿਕ ਚੇਤਨਤਾ। ਇੱਥੇ ਜਿਹੜਾ ਦੁਰਖਾਈਮ ਹੈ ਇਹ ਕਹਿੰਦਾ ਕਿ ਜਦੋਂ ਲੋਕ ਇਕੱਠੇ ਹੋ ਕੇ ਕੋਈ ਐਕਸ਼ਨ ਕਰਦੇ ਨੇ ਬਿਨਾਂ ਸੋਚੇ ਸਮਝੇ, ਜਦੋਂ ਵੀ ਸਟੇਡੀਅਮ ਦੇ ਵਿੱਚ ਜਿਹੜੀ ਆਡੀਅנס ਹੁੰਦੇ ਹੈ, ਸਟੇਡੀਅਮ ਦੇ ਵਿੱਚ ਆਡੀਅנס ਨੇ ਅਤੇ ਇਕੱਠੇ ਹੀ ਕਲੈਪਿੰਗ ਕਰਦੇ ਨੇ, ਤਾਂ ਉਹਨਾਂ ਨੇ ਪਹਿਲਾਂ ਡਿਸਾਈਡ ਨਹੀਂ ਕੀਤਾ ਹੁੰਦਾ ਨਾ ਕਿ ਉਹ ਕਲੈਪਿੰਗ ਕਰਨਗੇ। ਅਚਾਨਕ ਉਹਨਾਂ ਦੇ ਵਿੱਚ ਕਿਸੇ ਇੱਕ ਚੀਜ਼ ਨੂੰ ਦੇਖਣ ਤੋਂ ਬਾਅਦ ਦੇ ਵਿੱਚ ਉਹ ਇੱਕ ਐਕਸ਼ਨ ਜਿਹੜਾ ਕਰਦੇ ਨੇ, ਉਸ ਨੂੰ ਕਲੈਕਟਿਵ ਕੌਨਸ਼ੀਅਸਨੈਸ ਕਿਹਾ ਗਿਆ। ਠੀਕ ਹੈ, ਹੁਣ ਇੱਥੇ ਜਦੋਂ ਜਿੰਨੇ ਸਟੇਡੀਅਮ ਦੇ ਵਿੱਚ ਜਿੰਨੇ ਲੋਕ ਆਏ ਨੇ, ਕੋਈ ਇੱਕ ਦੂਜੇ ਨੂੰ ਜਾਣਦਾ ਨਹੀਂ, ਪਰ ਕੁਛ ਇਸ ਤਰ੍ਹਾਂ ਦਾ ਹੋਇਆ ਕਿ ਇਕੱਠੇ ਹੀ ਸਾਰਿਆਂ ਨੇ ਤਾੜੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਉਹਨਾਂ ਦੇ ਵਿੱਚ ਇੱਕ ਕੌਨਸ਼ੀਅਸਨੈਸ ਆਈ, ਇਕੱਠੇ ਆਈ, ਇਸ ਕਰਕੇ ਕਲੈਕਟਿਵ ਕੌਨਸ਼ੀਅਸਨੈਸ ਕਿਹਾ ਦੁਰਖਾਈਮ ਨੇ ਇਸਨੂੰ। ਇੱਥੇ ਦੁਰਖਾਈਮ ਜਿਹੜਾ ਕਹਿੰਦਾ ਕਿ ਰਿਲੀਜਨ ਜਿਹੜਾ ਹੈਗਾ ਇਹ ਕਲੈਕਟਿਵ ਕੌਨਸ਼ੀਅਸਨੈਸ ਤੋਂ ਇਲਾਵਾ ਹੋਰ ਕੋਈ ਚੀਜ਼ ਨਹੀਂ ਹੈਗੀ। ਦੁਰਖਾਈਮ ਇੱਕ ਸੋਸ਼ਲ ਸਾਇੰਟਿਸਟ ਸੀਗਾ, ਉਹ ਹਰ ਚੀਜ਼ ਨੂੰ ਸੋਸ਼ਲ ਫੈਕਟ ਦੇ ਬੇਸਿਸ 'ਤੇ ਦੇਖਦਾ ਹੈ। ਠੀਕ ਹੈ, ਉਹ ਇਹ ਨਹੀਂ ਕਹਿੰਦਾ ਕਿ ਇਹ ਹੋ ਰਿਹਾ ਹੁੰਦਾ ਹੈ, ਹੋ ਰਿਹਾ ਹੋਈ ਜਾਣ ਦਿਓ। ਉਹ ਹਰ ਚੀਜ਼ ਨੂੰ ਜਾਣਨਾ ਚਾਹੁੰਦਾ, ਕਿਉਂ ਹੋ ਰਿਹਾ, ਕਿਵੇਂ ਹੋ ਰਿਹਾ। ਸੋਸ਼ਲ ਫੈਕਟ ਜਿਹੜੇ ਹੈਗੇ ਨੇ ਸਾਡੀ ਲਾਈਫ ਦੇ ਵਿੱਚ ਉਹ ਕਿਵੇਂ ਬਣਦੇ ਨੇ, ਇਸ ਬਾਰੇ ਵੀ ਉਸਨੇ ਦੱਸਿਆ, ਜੋ ਕਿ ਅਸੀਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ। ਮੈਂ ਥੋੜ੍ਹਾ ਜਿਹਾ ਇੱਥੇ ਤੁਹਾਨੂੰ ਦੱਸ ਦਿੰਦੀ ਹਾਂ। ਸੋਸ਼ਲ ਫੈਕਟ ਇਹ ਹੁੰਦਾ ਕਿ ਜਦੋਂ ਕੋਈ ਚੀਜ਼ ਲੋਕਾਂ ਦੇ ਵਿੱਚ ਲੰਬੇ ਟਾਈਮ ਤੋਂ ਚੱਲਦੀ ਆ ਰਹੀ ਹੈ, ਤਾਂ ਇੱਕ ਟਾਈਮ 'ਤੇ ਆ ਕੇ ਉਹ ਲੋਕਾਂ ਦਾ ਜਿਹੜਾ ਹੈਗਾ ਰਿਚੁਅਲ ਬਣ ਜਾਂਦੀ ਹੈ, ਇੱਕ ਰਿਵਾਜ਼ ਜਾਂ ਰਸਮ ਬਣ ਜਾਂਦੀ ਹੈ, ਤਾਂ ਉਸ ਨੂੰ ਹੀ ਸੋਸ਼ਲ ਫੈਕਟ ਕਿਹਾ। ਜਿਵੇਂ ਕਿ ਟ੍ਰੈਡੀਸ਼ਨਲ ਟਾਈਮ 'ਤੇ ਚਾਈਲਡ ਮੈਰਿਜ ਦਾ ਕੰਸੈਪਟ ਸੀਗਾ, ਪਰ ਹੌਲੀ ਹੌਲੀ ਲੋਕਾਂ ਨੇ ਇਸ ਬਾਰੇ ਅਵੇਅਰਨੈਸ ਆਈ ਅਤੇ ਉਹਨਾਂ ਨੇ ਇਸ ਨੂੰ
गलत कहना शुरू कर दिता। ये भी एक सोशल फैक्ट सीगा कि हौली हौली जो इस तरह चलता रहा कि एक रिवाज या रस्म या एक इस तरह का नॉर्म्स वैल्यूज़ आ गई कि चाइल्ड मैरिज नहीं होनी चाहिए, इसमें एक सोशल फैक्ट किया। ठीक है, तो इत्थे भी दुरखाइम कहता कि रिलीजन जिहड़ा हैगा ये एक कलैक्टिव कॉन्सीयसनैस है। कलैक्टिव कॉन्सीयसनैस कित्थों आती है? सोशल फैक्ट तो। जो लोग, क्योंकि दुरखाइम एक सोशल साइंटिस्ट सीगा, वो किसी भी धर्म या इस तरह की रिलीजियस एक्टिविटी दे फेथ नहीं करता सीगा। साइंटिस्ट होने करके वो हर चीज़ को लॉजिक के बेस ते या रीजनस के बेस ते देखदा सीगा कि इस पिछे की रीजन है। ठीक है, तो इत्थे दुरखाइम ये कहता है कि जदों भी कोई धर्म बनता है तो वह लोगों की कलैक्टिव कॉन्सीयसनैस के विचों बनता है, समूहिक चेतनता तो बनता है। समूहिक चेतनता, ठीक है जी। समूहिक चेतनता जदों सारे लोग इक्को तरह का एक्टिविटीज़ करनियाँ शुरू कर देंगे ने, जिवें किसी चीज़ को लैके सारे लोग करन लग रहे हैं तो वो लोगों की कलैक्टिव कॉन्सीयसनैस है, इसे तो ही धर्म बनता है। तो जदों लोग कुछ इस तरह दी कीमतां वैल्यूज़ जिहड़ियां हैगियां नेगियां सांझे विश्वास ते उन्हां दियां भावनावां दे प्रतीक हुंदे ने, तो वह एक सोशल फैक्ट बनते हैं। सोशल फैक्ट समाजिक तत्थ। ठीक है, समाजिक तत्थ जदों बन जाते हैं फिर वो एक रिलीजन की फॉर्म के आ जाते हैं। हौली हौली ये एक रिवाज रस्मां रिवाज बनते हैं, फिर एक धर्म की फॉर्म के आ जाते हैं। दुरखाइम कहता कि जिहड़ा धर्म है वह कोई अलौकिक शक्ति तो नहीं बनिया। धर्म का जन्म किसी स्पिरिचुअल सुपरनैचुरल पावर तो नहीं होया। ठीक है, सुपरनैचुरल पावर जिहड़ा कि दुरखाइम कहता है कि एक स्टेज पर आके सुपरनैचुरल पावर जिहड़ी हुंदी है उसकी गल करता, पर जिहड़ा दुरखाइम है वो कहता कि रिलीजन किसी सुपरनैचुरल पावर तो नहीं बनिया, यह लोगों की कलैक्टिव कॉन्सीयसनैस तो बनिया है। तो दुरखाइम ये भी कहता है कि जिहड़ा रिलीजन है, ठीक है, रिलीजन है जिहड़ा ये एक सोशल नीड है। क्यों सोशल नीड है? क्योंकि जदों असी अपने समाज के विच एक डिसिपलिन लैके आना है, असी ये देखना है लोगों दे नूं इस तरीके नाल जिहड़ा हैगा डिसिपलिन दे विच रखना, तो एक किसी ना किसी इंस्टीट्यूशन की लोड़ सी उस टाइम ते, तो यही सीगा रिलीजन। क्योंकि रिलीजन के बेस पे कुछ इस तरह दियां एक्टिविटीज़ करन दे लई लोकां नूं कहा जाता जिन्हां नूं वो फॉलो करते हैं। तो यही एक लोड़ हैगी है साडे सोशल स्ट्रक्चर दे विच एक इंस्टीट्यूशन की, वो हैगा रिलीजन। ठीक है, क्योंकि कुछ टाइम के अकॉर्डिंगली दुरखाइम ये कहता कि रिलीजन जिहड़ा हैगा बदलता रहता है। कोई जे असी गल करिए रिलीजन की, तो ट्रैडिशनल टाइम ते होर तरह का रिलीजन सीगा, जिमें जिमें असी मॉडर्निटी वाल गए हाँ, इत्थों मॉडर्निटी वाल गए हाँ, तो रिलीजन दे विच चेंज आया। हुण असी उस तरीके नाल रिलीजन नूं फॉलो नहीं करते जिमें कि ट्रैडिशनल टाइम ते फॉलो किया जाता सी। रिलीजन है जिहड़ा दुरखाइम ये भी कहता कि रिलीजन हर स्टेज ते सोसाइटी की हर टाइम किसी ना किसी फॉर्म दे विच सोसाइटी का एक पार्ट जिहड़ा हैगा रहा हैगा। कदे ये नहीं है होया कि धर्म तो बिना सोसाइटी हैगी है, हमेशा ही रिलीजन जिहड़ा हैगा सोसाइटी का एक इंपॉर्टेंट पार्ट रहा है। रिलीजन जिहड़ा हैगा सोसाइटी का, ठीक है, एक इंपॉर्टेंट पार्ट रहा है क्योंकि यह एक सोशल नीड है। इत्थे दुरखाइम ये भी कहता है टाइलर ते स्पेंसर दे एनिमिज्म थ्योरी दी
ਟਾਇਲਰ ਤੇ ਜਿਹੜੇ ਸਪੈਂਸਰ ਨੇ ਇੱਕ ਥਿਊਰੀ ਦਿੱਤੀ ਸੀ ਐਨੀਮਿਜ਼ਮ ਦੀ, ਜਿਸ ਨੂੰ ਆਤਮਾਵਾਦ ਕਿਹਾ ਜਾਂਦਾ ਹੈ, ਤੇ ਦੁਰਖਾਈਮ ਨੇ ਉਸ ਨੂੰ ਜਿਹੜਾ ਹੈਗਾ ਉਸ ਦੀ ਆਲੋਚਨਾ ਕੀਤੀ ਹੈ। ਠੀਕ ਹੈ ਜੀ, ਇਹ ਥਿਊਰੀ ਦਿੱਤੀ ਸੀ ਗਈ ਟਾਇਲਰ ਤੇ ਸਪੈਂਸਰ ਨੇ ਐਨੀਮਿਜ਼ਮ ਦੀ। ਦੁਰਖਾਈਮ ਨੇ ਇਸ ਨੂੰ ਜਿਹੜਾ ਹੈਗਾ ਇਸ ਦੀ ਆਲੋਚਨਾ ਕੀਤੀ ਹੈ। ਐਨੀਮਿਜ਼ਮ ਆਤਮਵਾਦ ਸਪਿਰਚੁਅਲ ਜਿਹੜੀ ਹੈਗੀ ਆ, ਇੱਕ ਆਤਮਾ ਜਿਹੜੀ ਹੈਗੀ ਆ ਉਹ ਹੌਲੀ ਹੌਲੀ ਰਿਲੀਜ਼ਨ ਦਾ ਰੂਪ ਲੈ ਲੈਂਦੀ ਹੈ। ਟਾਇਲਰ ਕਹਿੰਦਾ ਸੀਗਾ ਕਿ ਆਤਮਾ ਕਿਸ ਤਰ੍ਹਾਂ, ਜਿਵੇਂ ਕਿ ਟਾਇਲਰ ਨੇ ਆਪਣੀ ਥਿਊਰੀ ਦੇ ਵਿੱਚ ਕਿਹਾ ਗਿਆ ਕਿ ਜਿਹੜੇ ਵੱਡੇ ਵਡੇਰਿਆਂ ਦੀਆਂ ਆਤਮਾ ਹੁੰਦੀਆਂ ਨੇ, ਜਿਵੇਂ ਜਿਵੇਂ ਉਹਨਾਂ ਨੂੰ ਪੂਜਿਆ ਜਾਂਦਾ, ਉਹਨਾਂ ਦੀ ਪੂਜਾ ਕੀਤੀ ਜਾਂਦੀ ਹੈ, ਤਾਂ ਉਹ ਧਰਮ ਦਾ ਜਿਹੜਾ ਹੈਗਾ ਔਰਿਜਨ ਸ਼ੁਰੂ ਹੁੰਦੀ ਹੈ ਅਤੇ ਹੌਲੀ ਹੌਲੀ ਵਿਕਾਸ ਹੁੰਦਾ ਜਾਂਦਾ ਹੈ ਅਤੇ ਇੱਕ ਧਰਮ ਪੈਦਾ ਹੋ ਜਾਂਦਾ ਹੈ। ਇਸ ਤੋਂ ਇਲਾਵਾ ਮੈਕਸ ਮੂਲਰ, ਇਹ ਵੀ ਇੱਕ ਸੋਸ਼ੋਲੋਜਿਸਟ ਹੋਏ ਨੇ। ਠੀਕ ਹੈ, ਇਹਨਾਂ ਨੇ ਥਿਊਰੀ ਦਿੱਤੀ ਸੀਗੀ ਨੈਚੁਰਲਿਜ਼ਮ। ਤੇ ਇਸ ਦੇ ਵਿੱਚ ਮੈਕਸ ਮੂਲਰ ਨੇ ਕਿਹਾ ਸੀਗਾ ਕਿ ਨੇਚਰ ਹੀ ਜਿਹੜਾ ਹੈਗਾ, ਨੇਚਰ ਦੀ ਪੂਜਾ ਕਰਨ ਨਾਲ ਹੀ ਧਰਮ ਜਿਹੜਾ ਹੈਗਾ ਬਣਦਾ ਹੈ। ਜੇ ਅਸੀਂ ਨੇਚਰ ਦੀ ਪੂਜਾ ਕਰ ਰਹੇ ਹਾਂ ਤਾਂ ਉਸ ਤੋਂ ਹੀ ਧਰਮ ਦੀ ਜਿਹੜੀ ਹੈਗੀ ਆ ਉਤਪਤੀ ਹੁੰਦੀ ਹੈ। ਪਰ ਦੁਰਖਾਈਮ ਨੇ ਇਹਨਾਂ ਦੋਨੋਂ ਹੀ ਥਿਊਰੀਜ਼ ਨੂੰ ਚੈਲੰਜ ਕੀਤਾ। ਉਹਨੇ ਕਿਹਾ ਕਿ ਇਸ ਤਰ੍ਹਾਂ ਨਹੀਂ ਹੁੰਦਾ, ਜਿਹੜਾ ਰਿਲੀਜ਼ਨ ਹੈ ਉਹ ਲੋਕਾਂ ਦੀ ਜਿਹੜੀ ਸਮੂਹਿਕ ਚੇਤਨਤਾ ਹੈਗੀ ਆ, ਕਲੈਕਟਿਵ ਕੌਨਸ਼ੀਅਸਨੈਸ ਹੈਗੀ ਹੈ, ਉਸ ਦੇ ਵਿੱਚੋਂ ਰਿਲੀਜ਼ਨ ਦਾ ਜਨਮ ਹੁੰਦਾ ਹੈ। ਠੀਕ ਹੈ, ਰਿਲੀਜ਼ਨ ਦੇ ਸਿਧਾਂਤ ਦੇ ਵਿੱਚ ਦੁਰਖਾਈਮ ਕਹਿੰਦਾ ਕਿ ਜਿਹੜਾ ਰਿਲੀਜ਼ਨ ਹੈ ਇਸ ਦੀ ਉਤਪਤੀ ਹੋਣਾ ਕੋਈ ਬਹੁਤਾ ਸੌਖਾ ਨਹੀਂ ਹੈਗਾ ਕਿ ਇਹ ਕਿਸੇ ਆਤਮਾਵਾਦ ਤੋਂ ਹੋ ਜਾਵੇ, ਕਿ ਵੱਡੇ ਵਡੇਰਿਆਂ ਦੀ ਆਤਮਾਵਾਂ ਦੀ ਪੂਜਾ ਕਰਦੇ ਆ ਤਾਂ ਅਸੀਂ ਉਹਦੇ ਵਿੱਚ ਧਰਮ ਉਤਪੰਨ ਹੋ ਜਾਏਗਾ। ਨਹੀਂ ਹੋ ਸਕਦਾ, ਇਹ ਸੰਭਵ ਹੀ ਨਹੀਂ ਹੈਗਾ। ਅਤੇ ਨਾ ਹੀ ਨੇਚਰ ਦੀ ਪੂਜਾ ਕਰਨ ਦੇ ਨਾਲ ਧਰਮ ਜਿਹੜਾ ਹੈਗਾ ਬਣਦਾ ਹੈ। ਦੁਰਖਾਈਮ ਕਹਿੰਦਾ ਹੈ ਕਿ ਧਰਮ ਜਿਹੜਾ ਹੈਗਾ ਇੱਕ ਸਮਾਜਿਕ ਤੱਥ ਹੈ, ਸੋਸ਼ਲ ਫੈਕਟ ਹੈ। ਇਸ ਦੀ ਉਤਪਤੀ ਜਿਹੜੀ ਹੈਗੀ ਆ ਉਹ ਮੂਲ ਸਮਾਜਿਕ ਜੀਵਨ ਵਿੱਚੋਂ ਹੀ ਹੁੰਦੀ ਹੈ, ਉੱਥੋਂ ਹੀ ਅਸੀਂ ਇਸ ਨੂੰ ਦੇਖਦੇ ਹਾਂ। ਇਸ ਸਭ ਨੂੰ ਸਮਝਾਉਂਦੇ ਹੋਏ ਦੁਰਖਾਈਮ ਨੇ ਜਿਹੜਾ ਦੱਸਿਆ ਕਿ ਕਿਸ ਤਰ੍ਹਾਂ ਆਸਟ੍ਰੇਲੀਆ ਦੇ ਵਿੱਚ ਔਰੰਤਾ ਟਰਾਈਬ ਜਿਹੜਾ ਹੈਗਾ, ਆਸਟ੍ਰੇਲੀਆ ਦੇ ਵਿੱਚ ਔਰੰਤਾ ਟਰਾਈਬ ਨੂੰ ਸਟੱਡੀ ਕੀਤਾ ਸੀਗਾ, ਜਿੱਥੇ ਉਸਨੇ ਕਲੈਨ ਸਿਸਟਮ ਨੂੰ ਸਟੱਡੀ ਕੀਤਾ ਸੀਗਾ। ਕਲੈਨ ਸਿਸਟਮ, ਠੀਕ ਹੈ, ਕੁਲ ਵਿਵਸਥਾ। ਆਸਟ੍ਰੇਲੀਆ ਦੇ ਵਿੱਚ ਔਰੰਤਾ ਟਰਾਈਬ ਦੇ ਜਿਹੜੇ ਲੋਕ ਸੀਗੇ, ਉਹਨਾਂ ਦੇ ਕੁਲ ਵਿਵਸਥਾ ਜਿਹੜੀ ਹੁੰਦੀ ਹੈ, ਜਿਵੇਂ ਕਿ ਕਬੀਲੇ ਦੇ ਵਿੱਚ ਜਿਹੜੇ ਕਲੇਨ ਜਾਂ ਗੋਤ ਦੇ ਲੋਕ ਸੀਗੇ, ਉਹਨਾਂ ਦੀ ਲਾਈਫ ਨੂੰ ਸਟੱਡੀ ਕੀਤਾ ਕਿ ਕਿਸ ਤਰ੍ਹਾਂ ਜਿਹੜਾ ਹੈਗਾ ਟੋਟੇਮਿਜ਼ਮ ਜਿਹੜਾ ਹੈਗਾ ਉਹ ਟਰਾਈਬਲ ਲੋਕਾਂ ਦੇ ਵਿੱਚ ਸ਼ੁਰੂ ਤੋਂ ਹੁਣ ਤੱਕ ਜਿਹੜਾ ਹੈਗਾ ਉਹਨਾਂ ਦੀ ਰਿਲੀਜ਼ਨ ਮੰਨਿਆ ਜਾਂਦਾ ਹੈ। ਟੋਟੇਮਿਜ਼ਮ ਨੂੰ ਜਿਹੜਾ ਹੈਗਾ ਟਰਾਈਬਲ ਲੋਕ ਜਿਹੜੇ ਹੈਗੇ ਨੇ ਆਪਣਾ ਸਭ ਤੋਂ ਪੁਰਾਣਾ ਅਤੇ ਬੇਸਿਕ ਜਿਹੜਾ ਧਰਮ ਹੈਗਾ ਉਹ ਕਹਿੰਦੇ ਨੇ ਕਿ ਟੋਟੇਮਿਜ਼ਮ ਜਿਹੜੀ ਹੈਗੀ ਸਭ ਤੋਂ ਪੁਰਾਣਾ ਧਰਮ ਹੈ। ਟਰਾਈਬਲ ਲੋਕਾਂ ਦੀ ਟਰਾਈਬਲ ਲੋਕਾਂ ਦਾ ਜਿਹੜਾ ਧਰਮ ਹੈ, ਸਭ ਤੋਂ ਪਹਿਲਾਂ ਉਹ ਟੋਟੇਮਿਜ਼ਮ ਦੀ ਗੱਲ ਕਰਦੇ ਨੇ। ਇਸ ਤਰ੍ਹਾਂ ਦੁਰਖਾਈਮ ਵੀ ਜਿਹੜਾ ਹੈਗਾ ਇਸ ਧਰਮ ਦੀ ਜਿਹੜੀ ਉਤਪਤੀ ਹੈਗੀ ਆ ਔਰੰਤਾ ਟਰਾਈਬ ਦੇ ਵਿੱਚ ਜਿਹੜੇ ਟਰਾਈਬਲ ਲੋਕ ਰਹਿੰਦੇ ਸੀਗੇ, ਉਹ ਕਿਸ ਤਰ੍ਹਾਂ ਟੋਟੇਮਿਜ਼ਮ ਦੀ ਗੱਲ ਕਰਦੇ ਨੇ, ਕਿਵੇਂ ਟੋਟੇਮਿਜ਼ਮ ਨੂੰ ਆਪਣਾ ਮੁੱਢਲਾ ਅਤੇ ਬੇਸਿਕ ਧਰਮ ਮੰਨਦੇ ਆ, ਰਿਲੀਜ਼ਨ ਮੰਨਦੇ ਆ। ਇਸ ਦੇ ਆਧਾਰ 'ਤੇ ਉਸਦੀ ਥਿਊਰੀ ਆਫ ਰਿਲੀਜ਼ਨ ਦਾ ਜਿਹੜਾ ਕੰਸੈਪਟ ਦਿੱਤਾ ਅਤੇ ਧਰਮ ਦੀ ਜਿਹੜੀ ਵਿਆਖਿਆ ਕੀਤੀ ਹੈ। ਠੀਕ ਹੈ, ਇਸ ਤੋਂ ਇਲਾਵਾ ਦੁਰਖਾਈਮ ਜਿਹੜਾ ਹੈਗਾ ਡੈਫੀਨੇਸ਼ਨ ਦਿੰਦਾ ਧਰਮ ਦੀ। ਉਹ ਕਹਿੰਦਾ ਹੈ ਕਿ ਧਰਮ ਪਵਿੱਤਰ ਅਵਸਥਾ ਨਾਲ ਸੰਬੰਧਿਤ ਵਿਸ਼ਵਾਸਾਂ ਅਤੇ ਕਿਰਿਆਵਾਂ ਦੀ ਸੰਗਠਿਤ ਵਿਵਸਥਾ ਹੈ।
ਧਰਮ ਹੈ ਜਿਹੜਾ ਹੈ ਇੱਕ ਪਵਿੱਤਰ ਅਵਸਥਾ ਨਾਲ ਸੰਬੰਧਿਤ ਜਿਹੜੇ ਵਿਸ਼ਵਾਸ ਨੇ ਤੇ ਕਿਰਿਆਵਾਂ ਨੇਗੀਆਂ, ਉਹਨਾਂ ਨੂੰ ਇਕੱਠੇ ਕਰਕੇ ਜਾਂ ਉਹਨਾਂ ਦੀ ਸੰਗਠਿਤ ਵਿਵਸਥਾ ਨੂੰ ਕਿਹਾ ਗਿਆ। ਜਿਹੜੇ ਇਹਨਾਂ ਵਿੱਚ ਵਿਸ਼ਵਾਸ ਕਰਨ ਵਾਲੇ ਨੂੰ ਇੱਕ ਨੈਤਿਕ ਸਮੁਦਾਇ, ਜਿਸ ਨੂੰ ਕਿਉਂਕਿ ਉਹਨੇ ਆਸਟ੍ਰੇਲੀਆ ਦੀ ਸਟੱਡੀ ਕੀਤੀ ਸੀ ਇਸ ਕਰਕੇ ਉਹ ਕਹਿੰਦਾ ਕਿ ਚਰਚ ਕਿਹਾ ਜਾਂਦਾ ਹੈ। ਦੁਰਖਾਈਮ ਦੇ ਅਕੋਰਡਿੰਗ ਧਰਮ ਪਵਿੱਤਰ ਅਵਸਥਾ ਨਾਲ ਸੰਬੰਧਿਤ ਵਿਸ਼ਵਾਸਾਂ ਤੇ ਕਿਰਿਆਵਾਂ ਦੀ ਸੰਗਠਿਤ ਵਿਵਸਥਾ ਹੈਗੀ ਹੈ। ਇੱਕ ਸੰਗਠਿਤ ਵਿਵਸਥਾ ਹੈਗੀ ਹੈ ਜਿਹਦੇ ਵਿੱਚ ਕੁਝ ਵਿਸ਼ਵਾਸ ਨੇ ਤੇ ਕਿਰਿਆਵਾਂ ਨੇ ਜਿਹੜੀਆਂ ਕਿ ਪਵਿੱਤਰ ਅਵਸਥਾ ਨਾਲ ਸੰਬੰਧਿਤ ਹੈਗੀਆਂ ਨੇਗੀਆਂ। ਜਿਹੜੇ ਲੋਕ ਇਹਨਾਂ ਵਿੱਚ ਵਿਸ਼ਵਾਸ ਕਰਦੇ ਨੇ ਉਹਨਾਂ ਦਾ ਇੱਕ ਨੈਤਿਕ ਸਮੁਦਾਇ ਬਣ ਜਾਂਦਾ ਹੈ, ਇੱਕ ਸੁਸਾਇਟੀ ਬਣ ਜਾਂਦੀ ਹੈ ਜਿਸ ਨੂੰ ਚਰਚ ਕਹਿੰਦੇ ਨੇ। ਠੀਕ ਹੈ, ਇਸ ਤਰ੍ਹਾਂ ਧਰਮ ਦੇ ਨਾਲ ਸੰਬੰਧਿਤ ਥਿਊਰੀ ਨੂੰ ਐਕਸਪਲੇਨ ਕਰਦੇ ਹੋਏ ਦੁਰਖਾਈਮ ਨੇ ਧਰਮ ਦੇ ਆਧਾਰ ਤੇ ਪੂਰੇ ਸਮਾਜ ਨੂੰ ਦੋ ਜਿਹੜੇ ਪਾਰਟਸ ਦੇ ਵਿੱਚ ਵੰਡਿਆ, ਟੂ ਡਿਫਰੈਂਟ ਪਾਰਟਸ ਦੇ ਵਿੱਚ ਜਿਹੜਾ ਹੈਗਾ ਡਿਵਾਈਡ ਕੀਤਾ ਤੇ ਉਸਨੇ ਰਿਲੀਜਨ ਦੇ ਡਿਫਰੈਂਟ ਟਾਈਪਸ ਦਿੱਤੀਆਂ ਨੇਗੀਆਂ। ਟੂ ਟਾਈਪਸ ਨੇ ਜਿਹੜੀਆਂ ਕਿ ਟੂ ਪਾਰਟਸ ਵੀ ਕਹਿ ਸਕਦੇ ਹਾਂ, ਟਾਈਪਸ ਵੀ ਕਹਿ ਸਕਦੇ ਹਾਂ, ਜਿਹਦੇ ਵਿੱਚ ਉਹ ਕਹਿੰਦਾ ਸਕੈਟ ਤੇ ਪ੍ਰੋਫੇਨ, ਪਵਿੱਤਰ ਤੇ ਸਧਾਰਨ। ਠੀਕ ਹੈ ਜੀ, ਇਹ ਜਿਹੜਾ ਹੈਗਾ ਇਹ ਅਸੀਂ ਨੈਕਸਟ ਕਲਾਸ ਦੇ ਵਿੱਚ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ, ਨਹੀਂ ਤਾਂ ਕਲਾਸ ਲੰਬੀ ਹੋ ਜਾਣੀ ਹੈ। ਇਹ ਅਸੀਂ ਜਿਹੜਾ ਹੈਗਾ ਕੰਟੀਨਿਊ ਕਰਾਂਗੇ ਨੈਕਸਟ ਕਲਾਸ ਦੇ ਵਿੱਚ। ਜੇਕਰ ਕਿਤੇ ਕੋਈ ਕਨਫਿਊਜ਼ਨ ਹੋਊਗੀ ਤਾਂ ਤੁਸੀਂ ਕਮੈਂਟ ਕਰਕੇ ਦੱਸ ਦਿਓ। ਕੋਈ ਵੀ ਹੋਰ ਕੰਸੈਪਟ ਚਾਹੀਦਾ ਹੋਊਗਾ, ਕੰਸੈਪਟ ਦੇ ਲੈਕਚਰ ਚਾਹੀਦਾ ਹੋਊਗਾ, ਉਹ ਵੀ ਦੱਸ ਦਿਓ। ਠੀਕ ਹੈ, ਪਲੀਜ਼ ਰਿਕੁਐਸਟ ਹੈਗੀ ਹੈ ਜ਼ਿਆਦਾ ਤੋਂ ਜ਼ਿਆਦਾ ਆਪਣੇ ਫਰੈਂਡਸ ਦੇ ਨਾਲ ਵੀਡੀਓ ਸ਼ੇਅਰ ਕਰਿਆ ਕਰੋ ਤਾਂ ਕਿ ਆਪਣੇ ਸਬਸਕ੍ਰਾਈਬ ਜਿਹੜੇ ਹੈਗੇ ਨੇ ਉਹ ਇੰਨੇ ਕੁ ਹੋ ਜਾਣ ਕਿ ਆਪਾਂ ਲਾਈਵ ਕਲਾਸ ਲੈ ਸਕੀਏ, ਕਿਉਂਕਿ ਇਸ ਤਰ੍ਹਾਂ ਥੋੜ੍ਹਾ ਜਿਹਾ ਮੇਰੇ ਲਈ ਡਿਫੀਕਲਟ ਹੋ ਜਾਂਦਾ ਰਿਕਾਰਡਿੰਗ ਕਰਨੀ, ਫਿਰ ਉਹਨੂੰ ਅਪਲੋਡ ਕਰਨਾ। ਜੇਕਰ ਆਪਾਂ ਕੰਡੀਸ਼ਨ ਫੁੱਲਫਿਲ ਕਰ ਲੈਂਦੇ ਹਾਂ ਕਿ ਲਾਈਵ ਆ ਕੇ ਕਲਾਸ ਲੈ ਲਈਏ ਤਾਂ ਮੇਰੇ ਲਈ ਬਹੁਤ ਟਾਈਮ ਬਚ ਜਾਇਆ ਕਰੇਗਾ ਕਿ ਮੈਂ ਲਾਈਵ ਹੋ ਕੇ ਕਲਾਸ ਲੈ ਲਿਆ ਕਰਾਂਗੀ। ਠੀਕ ਹੈ, ਥੈਂਕ ਯੂ ਫॉर योर ਕੋਆਪਰੇਸ਼ਨ।